ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਨੂੰ ਸਮਝਣ ਵਾਸਤੇ ਬਿਨਾਂ ਸ਼ੱਕ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨਾ ਆਉਣਾ ਬੜਾ ਜ਼ਰੂਰੀ ਹੈ। ਔਰ ਸਾਡੇ ਦੇਸ਼ ਦੇ ਅੰਦਰ ਖਾਸ ਕਰਕੇ ਪੰਜਾਬ ਦੀ ਧਰਤੀ ਉੱਤੇ ਅਨੇਕਾਂ ਇਹੋ ਜਿਹੀਆਂ ਸੰਸਥਾਵਾਂ ਹਨ ਜਿਨ੍ਹਾਂ ਦੇ ਵਿੱਚ ਮਿਸ਼ਨਰੀ ਕਾਲਜ ਆਉਂਦੇ ਹਨ, ਟਕਸਾਲਾਂ ਆਉਂਦੀਆਂ ਹਨ, ਸੰਪਰਦਾਵਾਂ ਹਨ, ਡੇਰੇ ਹਨ, ਜਿੱਥੇ ਕਿ ਗੁਰਬਾਣੀ ਦੀ ਸੰਥਿਆ ਕਰਵਾਈ ਜਾਂਦੀ ਹੈ। ਗੁਰਬਾਣੀ ਦਾ ਸ਼ੁੱਧ ਪਾਠ ਕਰਨਾ, ਗੁਰਬਾਣੀ ਦੇ ਅਰਥ ਭਾਵ ਜਿਹੜੇ ਹਨ ਉਹ ਸਿਖਾਲੇ ਜਾਂਦੇ ਹਨ। ਔਰ ਇਹ ਸੰਸਥਾਵਾਂ ਅਕਸਰ ਆਖਦੀਆਂ ਹਨ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਾਡੇ ਕੋਲ ਛੱਡ ਕੇ ਜਾਓ, ਅਸੀਂ ਤੁਹਾਡੇ ਬੱਚਿਆਂ ਨੂੰ ਗੁਰਬਾਣੀ ਦਾ ਸ਼ੁੱਧ ਪਾਠ ਕਰਨਾ, ਗੁਰਬਾਣੀ ਦੇ ਅਰਥ ਕਰਨੇ ਸਿਖਾਵਾਂਗੇ। ਕਿਸੇ ਸੰਸਥਾ ਦੇ ਵਿੱਚ 2 ਸਾਲ, ਕਿਸੇ ਦੇ ਵਿੱਚ 4 ਸਾਲ, ਕਿਸੇ ਦੇ ਵਿੱਚ 5 ਸਾਲ। ਔਰ ਕੁਝ ਸੰਸਥਾਵਾਂ ਦੇ ਵਿੱਚ ਬੱਚੇ ਜਦੋਂ ਜਾਂਦੇ ਹਨ ਆਪਣੀ ਸਾਰੀ ਦੀ ਸਾਰੀ ਜ਼ਿੰਦਗੀ ਉਸੇ ਹੀ ਸੰਸਥਾ ਨੂੰ ਸੌਂਪ ਦਿੰਦੇ ਹਨ। ਇਹਨਾਂ ਸੰਪਰਦਾਵਾਂ ਵੱਲੋਂ ਜਦੋਂ ਗੁਰਬਾਣੀ ਦੇ ਸ਼ੁੱਧ ਪਾਠ ਦੀ ਮਹੱਤਤਾ ਦਰਸਾਈ ਜਾਂਦੀ ਹੈ, ਲੋਕਾਂ ਨੂੰ ਆਪਣੀਆਂ ਸੰਸਥਾਵਾਂ ਵੱਲ ਖਿੱਚਣ ਵਾਸਤੇ, ਤਾਂ ਮੁੱਖ ਰੂਪ ਦੇ ਵਿੱਚ ਇਹ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ 2 ਸਾਖੀਆਂ ਦਾ ਹਵਾਲਾ ਦਿੰਦੇ ਹਨ, ਜਿਨ੍ਹਾਂ ਦੇ ਵਿੱਚੋਂ ਇੱਕ ਸਾਖੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਹੈ ਅਤੇ ਦੂਸਰੀ ਸਾਖੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਨਾਲ ਸੰਬੰਧਿਤ। ਇੱਕ ਸਾਖੀ ਦੇ ਵਿੱਚ ਲਾਲਚ ਦੇ ਕੇ ਗੁਰਬਾਣੀ ਦਾ ਸ਼ੁੱਧ ਪਾਠ ਸਿੱਖਣ ਦੀ ਪ੍ਰੇਰਨਾ ਦਿੱਤੀ ਗਈ ਹੈ ਔਰ ਦੂਸਰੀ ਸਾਖੀ ਦੇ ਵਿੱਚ ਡਰ ਦੇ ਕੇ ਗੁਰਬਾਣੀ ਦਾ ਸ਼ੁੱਧ ਪਾਠ ਸਿੱਖਣ ਵਾਸਤੇ ਆਖਿਆ ਗਿਆ ਹੈ। ਆਪਾਂ ਸ਼ੁਰੂ ਦੇ ਵਿੱਚ ਪਹਿਲਾਂ ਸੰਖੇਪ ਜਿਹੀ ਝਾਤੀ ਉਹਨਾਂ ਦੋਨਾਂ ਸਾਖੀਆਂ ਦੇ ਉੱਤੇ ਮਾਰ ਲੈਂਦੇ ਹਾਂ। ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਪਹਿਲੀ ਸਾਖੀ, ਜੋ ਕਿ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਾਸ 6ਵੀਂ ਹੈ ਔਰ ਇਸ ਦਾ ਅਧਿਆਇ 46ਵਾਂ ਹੈ, ਜਿਸ ਦਾ ਸਿਰਲੇਖ ਹੈ ਘੋੜਿਆਂ ਦੀ ਬਖਸ਼ਿਸ਼ ਸ਼ੁੱਧ ਜਪਜੀ ਪਾਠ। ਇਸ ਪ੍ਰਸੰਗ ਦੇ ਵਿੱਚ ਕਵੀ ਸੰਤੋਖ ਸਿੰਘ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਦੀ ਸਾਖੀ ਦਾ ਬਿਆਨ ਕੀਤਾ ਹੈ ਕਿ ਇੱਕ ਵਾਰੀ ਪੱਛਮ ਦੇ ਇਲਾਕੇ ਦੇ ਵਿੱਚੋਂ ਕੁਝ ਸੰਗਤ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਈ, ਜਿਨ੍ਹਾਂ ਦੇ ਵਿੱਚ ਇੱਕ ਸਿੱਖ ਜਿਸ ਦਾ ਨਾਮ ਭਾਈ ਸੁਭਾਗਾ ਸੀ। ਉਹ 5 ਕੀਮਤੀ ਘੋੜੇ ਲੈ ਕੇ ਸਤਿਗੁਰਾਂ ਦੇ ਪਾਸ ਅੱਪੜਿਆ, ਜਿਨ੍ਹਾਂ ਦੀ ਕੀਮਤ ਲੱਖਾਂ ਦੇ ਵਿੱਚ ਕਵੀ ਸੰਤੋਖ ਸਿੰਘ ਨੇ ਲਿਖੀ ਹੈ। ਔਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਉਹ 5 ਘੋੜੇ ਦੇਖੇ ਨੇ। ਉਹਨਾਂ ਦੇ ਵਿੱਚੋਂ ਇੱਕ ਘੋੜਾ ਜਿਹੜਾ ਹੈ ਉਹ ਸਤਿਗੁਰਾਂ ਨੇ ਆਪਣੇ ਵਾਸਤੇ ਪਸੰਦ ਕੀਤਾ। ਇੱਕ ਘੋੜਾ ਸਤਿਗੁਰਾਂ ਨੇ ਭਾਈ ਬਿਧੀ ਚੰਦ ਜੀ ਨੂੰ ਦੇ ਦਿੱਤਾ। ਤੀਸਰਾ ਘੋੜਾ ਸਤਿਗੁਰਾਂ ਨੇ ਭਾਈ ਗੁਰਦਿੱਤਾ ਜੀ ਨੂੰ ਦੇ ਦਿੱਤਾ। ਚੌਥਾ ਘੋੜਾ ਸਤਿਗੁਰਾਂ ਨੇ ਪੈਂਦੇ ਖਾਨ ਨੂੰ ਦੇ ਦਿੱਤਾ ਤੇ ਇੱਕ ਘੋੜਾ ਜਿਹੜਾ ਸੀ ਉਹ ਅਜੇ ਤਬੇਲੇ ਦੇ ਵਿੱਚ ਬਾਕੀ ਸੀ। ਤੇ ਸੰਤੋਖ ਸਿੰਘ ਨੇ ਉੱਥੇ ਲਿਖਿਆ ਹੈ, ਤੁਸੀਂ ਪੜ੍ਹ ਸਕਦੇ ਹੋ ਪੰਕਤੀਆਂ, ਕਿ ਇੱਕ ਦਿਨ ਸਤਿਗੁਰਾਂ ਨੇ ਸੰਗਤ ਦੇ ਵਿੱਚ ਇਸ ਬੋਲ ਆਖੇ ਕਿ ਕੋਈ ਸਿੱਖ ਸਾਨੂੰ ਸ਼ੁੱਧ ਗੁਰਬਾਣੀ ਦਾ ਪਾਠ ਪੜ੍ਹ ਕੇ ਸੁਣਾਵੇ। ਸਭਨ ਸੁਣਾਏ ਮੁਕੰਦ ਬਖਾਨੀ, ਕੋ ਸਿੱਖ ਸ਼ੁੱਧ ਪਠੇ ਗੁਰਬਾਣੀ। ਜਥਾ ਜੋਗ ਮਾਤਰਾ ਅਰ ਵਰਨ, ਪਠੇ ਸੰਭਾਰ ਸੁਨਾਵੇਂ ਕਰਨ। ਉਹਦੀਆਂ ਮਾਤਰਾ ਦਾ ਧਿਆਨ ਰੱਖਦਿਆਂ ਹੋਇਆਂ, ਅੱਖਰਾਂ ਦਾ ਧਿਆਨ ਰੱਖਦਿਆਂ ਹੋਇਆਂ ਸ਼ੁੱਧ ਪਾਠ ਸਾਨੂੰ ਕੋਈ ਸਿੱਖ ਜਿਹੜਾ ਹੈ ਉਹ ਸੁਣਾਵੇ। ਤੇ ਸੰਤੋਖ ਸਿੰਘ ਕਹਿੰਦਾ ਕਿ ਕਾਫੀ ਸਮੇਂ ਤੋਂ ਬਾਅਦ ਇੱਕ ਸਿੱਖ ਜਿਸ ਦਾ ਨਾਮ ਭਾਈ ਗੋਪਾਲਾ ਸੀ, ਇੱਕ ਸਿੱਖ ਗੁਰਮੁਖ ਨਾਮ ਗੋਪਾਲਾ, ਹਾਥ ਜੋੜ ਕੇ ਸੁਨੋ ਕਿਰਪਾਲਾ। ਉਸਨੇ ਸਤਿਗੁਰਾਂ ਨੂੰ ਹੱਥ ਜੋੜ ਕੇ ਆਖਿਆ, ਪਾਤਸ਼ਾਹ ਮੇਰੀ ਬੇਨਤੀ ਸੁਣੋ, ਜੇ ਤੁਸੀਂ ਮੇਰੇ ਤੇ ਕਿਰਪਾ ਕਰੋ, ਜੋ ਸੇਵਕ ਪ੍ਰਤੀ ਆਇਸ ਕਰੀਐ, ਆਪਨ ਕਿਰਪਾ ਬਲ ਮੋਹ ਪਰ ਧਰੀਐ, ਕਰੋ ਸੁਨਾਵਨ ਮੈਂ ਥਿਰ ਹੋਏ, ਸ਼ੁੱਧ ਪਾਠ ਜਿਮ ਜਪ ਕੋ ਚੋਏ। ਤੁਸੀਂ ਮੇਰੇ ਤੇ ਕਿਰਪਾ ਕਰੋ, ਮੈਂ ਤੁਹਾਨੂੰ ਜਪਜੀ ਦਾ ਸ਼ੁੱਧ ਪਾਠ ਜਿਹੜਾ ਹੈ ਉਹ ਕਰਕੇ ਸੁਣਾਵਾਂਗਾ।
तो संतोख सिंह कहता है कि इस सिख ने, जिस का नाम भाई गोपाला सी, इन्हें गुरु हरगोबिंद पातशाह महाराज जी ਨੂੰ जपजी का पाठ सुनाना शुरू कर दिता। बड़े प्यार दे नाल इसने जपजी का पाठ गुरु हरगोबिंद पातशाह महाराज जी ਨੂੰ सुनाया है। ਤੇ जिस वेले पाठ गुरु हरगोबिंद पातशाह महाराज सुनते पे ने, तो सुन सतगुर तब हृदय विचारी, जप के सम क्या वस्त उदारी, जो इसको अब दैबो करें कोई न समता क्यों हूं तरें। ते सतगुरां ने अपने चित्त दे अंदर विचार किया भी जपजी दे पाठ दी बराबर इहो जी किहड़ी वस्तु है जिहड़ी बदले दे विच मैं इस सिख नूं देवां, जिस सिख ने मैनूं जपजी दा शुद्ध पाठ जिहड़ा है सुनाया है। जो सगरे जग की गुरियाई ए देहें निश्चय ठहराई। तो सतगुरां ने अपने चित्त दे अंदर विचार कीती कि सारे जगत की जिहड़ी गुरियाई है, पाप गुरु नानक दे घर दी जिहड़ी गद्दी है, असी ये गुरु नानक दे घर दी गद्दी ही इस सिख नूं बख्श देनी है, जिसने शुद्ध पाठ सानू जपजी साहिब दा सुनाया है। तो होया कि कहते ने, तिलक देन को चाहियो हृदय, सिख ने करियो मनोरथ तबै, रहियो पंचमो है बडमोल, सो मैं लियो गुरु ते बोल। इधर ते गुरु हरगोबिंद पातशाह महाराज जी ने अपने चित्त दे अंदर यह विचार किया कि इस सिख नूं गुरता गद्दी दे देनी है। ते गुरता गद्दी देण वास्ते, सिख नूं तिलक देण वास्ते गुरु हरगोबिंद पातशाह महाराज अपने सिंघासन तो उठे भी ने। पर कहते ने इधर इस सिख ने अपने चित्त दे अंदर यह मनोरथ किया भी जिहड़ा पंजवां घोड़ा अजे गुरु हरगोबिंद पातशाह महाराज जी ने किसी नूं नहीं दिता, सतगुरु पुछणगे मेरे कोलों भी दस तू जपजी दा पाठ सानू सुनाया है, असी बदले दे विच तैनूं की दईए। ते मैं सतगुरां दे कोलों वो जिहड़ा पंजवां कीमती घोड़ा है वो सतगुरां दे कोलों मंग लवांगा। ते संतोख सिंह कहता है कि गुरु हरगोबिंद पातशाह महाराज इस सिख दे अंदर दी हालत नूं, इस दे अंदर दी अवस्था नूं समझ गए। लख उर की गुर अंतर जामी, बोले कहाँ कीन तैं कामी। ते सतगुरु पातशाह महाराज उस सिख नूं आखदे ने भी सिखा ही तू की कीता है, तो अपने चित्त दे अंदर किहड़ी कामना लैके बह गया। बिना मनोरथ जपजी सारो, पूरब समझे सकल उचारो, श्री नानक गादी बड़ियाई, सगरे जग की बर गुरियाई, सो हम दैन उठत इठ समय, जिसके अगर त्रिलोकी नमे। जे तू किधरे स्वार्थ करन तो बगैर, एक कामना करन तो बगैर सानू जपजी दा सारा पाठ सुना दिंदा, ते असी गुरु नानक दे घर दी गद्दी जिहड़ी सी वो तैनूं दे देनी सी, जिस गद्दी दे अगे सारा जगत जिहड़ा है वो झुकदा पिया है। पर हुण क्योंकि तू मनोरथ कीता है एक कीमती घोड़े दा, इस वास्ते हुण असी तैनूं ओ घोड़ा ही देवांगे। करियो मनोरथ जो अब जैसे, सो लीजो न बिलमो कैसे, कह कर सो घोड़ा मंगवायो, सुंदर जिस पर जीन सुहायो, 1.25 लाख की कीमत जाही, होए प्रसन्न बख्शत पेता ही। सो सतगुरां ने घोड़ा मंगवाया है, उहदे उत्ते सोहनी काठी पवाई है, जिस दी कीमत, जिस घोड़े की कीमत 1.25 लाख रुपया सी, वो घोड़ा गुरु हरगोबिंद पातशाह महाराज जी ने इस सिख नूं बख्श दिता। ये पहली साखी है जो बड़े विस्तार दे विच कवि संतोख सिंह ने लिखी है कि जे कोई जपजी दा शुद्ध पाठ करता है, गुरु हरगोबिंद पातशाह उसनूं गुरता गद्दी देण वास्ते तैयार हो जाते हैं। दुनिया दे अंदर कोई वस्तु ऐसी नहीं है जिहड़ी उसनूं ना मिले जिसनूं जपजी दा शुद्ध पाठ करना आउंदा होवे। कवि संतोख सिंह ने बोल लिखे ने कि मात्रा बरन संभारें सारे, श्री गुरबाणी सिख उचारे, महा महात्म कर दिखरायो, नह तरलोक में सम कुछ पायो। तिन्नों लोकां दे विच इहो जी कोई भी वस्तु नहीं है जो जपजी दे शुद्ध पाठ करन दी बराबरी कर सकती होवे। जिन्नियां भी संस्थावां ने जिन्हां दे विच संथ्या करवाई जाती है, वो एक ये साखी सुणाउंदे हन कि देखो जी गुरबाणी दा शुद्ध पाठ करन दी किन्नी ज़्यादा महत्ता है कि गुरु हरगोबिंद पातशाह जपजी दे पाठ सुनन दे बदले अपने
ਸਾਰਾ ਕੁਝ ਆਪਣੀ ਗੁਰਤਾ ਗੱਦੀ ਜਿਹੜੀ ਸੀ ਉਹ ਵੀ ਉਸ ਸਿੱਖ ਨੂੰ ਦੇਣ ਵਾਸਤੇ ਤਿਆਰ ਹੋ ਗਏ। ਇਸ ਵਾਸਤੇ ਸਾਨੂੰ ਗੁਰਬਾਣੀ ਦਾ ਸ਼ੁੱਧ ਪਾਠ ਕਰਨਾ ਜਿਹੜਾ ਹੈ ਉਹ ਆਉਣਾ ਚਾਹੀਦਾ ਹੈ। ਤੁਸੀਂ ਆਪਣੇ ਬੱਚਿਆਂ ਨੂੰ ਸਾਡੇ ਕੋਲ ਭੇਜੋ, ਅਸੀਂ ਉਹਨਾਂ ਨੂੰ ਗੁਰਬਾਣੀ ਦਾ ਸ਼ੁੱਧ ਪਾਠ ਕਰਨ ਦੀ ਸੰਥਿਆ ਸਿੱਖਿਆ ਦੇਵਾਂਗੇ। ਦੂਸਰੀ ਸਾਖੀ ਜਿਹੜੀ ਹੈ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਸੰਤੋਖ ਸਿੰਘ ਨੇ ਲਿਖੀ ਹੈ। 100 ਸਾਖੀ ਦਾ ਉਤਾਰਾ ਕੀਤਾ ਹੋਇਆ ਹੈ। ਵੈਸੇ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇਹ ਤੀਸਰੀ ਰੁੱਤ ਹੈ। ਉਸ ਦਾ 34ਵਾਂ ਅਧਿਆਇ ਹੈ, ਜਿਸ ਦਾ ਸਿਰਲੇਖ ਹੈ ਚਬੀਣੀ ਤੇ ਪ੍ਰਸ਼ਾਦ, ਅਸ਼ੁੱਧ ਬਾਣੀ ਪੜ੍ਹਨ ਵਾਲੇ ਨੂੰ ਦੰਡ ਸਿੱਖੀ। ਇਸ 34ਵੇਂ ਅਧਿਆਏ ਦੇ ਜਿਸ ਵੇਲੇ ਤੁਸੀਂ 16ਵੇਂ ਪਦੇ ਦੇ ਉੱਪਰ ਪਹੁੰਚਦੇ ਹੋ, ਉੱਥੇ ਬੋਲ ਆਉਂਦੇ ਨੇ ਕਿ ਏਕ ਦਿਵਸ ਸ਼ੁਭ ਸੁਰਪਤ ਜੈਸੇ ਸਹਿਜ ਸੁਭਾਏ, ਸਤਿਗੁਰੂ ਬੈਸੇ ਪਾਠ ਕਰੇ ਸਿੱਖ ਓੰਕਾਰਾ, ਵਿਪਰੈ ਅਰਥ ਅਜਾਨ ਉਚਾਰਾ। ਕਿ ਇੱਕ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸੰਗਤ ਦੇ ਵਿੱਚ ਬੈਠੇ ਹੋਏ ਹਨ ਤੇ ਸੰਗਤ ਦੇ ਵਿੱਚ ਬੈਠਿਆਂ ਹੋਇਆ ਸਤਿਗੁਰਾਂ ਨੇ ਤੱਕਿਆ ਕਿ ਇੱਕ ਸਿੱਖ ਜਿਹੜਾ ਹੈ ਉਹ ਓੰਕਾਰ ਬਾਣੀ ਜਿਹੜੀ ਹੈ ਜੋ ਰਾਮਕਲੀ ਰਾਗ ਦੇ ਅੰਦਰ ਦਰਜ ਹੈ ਉਸ ਦਾ ਪਾਠ ਕਰਦਾ ਪਿਆ ਹੈ। ਪਰ ਪਾਠ ਕਰਦਿਆਂ ਹੋਇਆਂ ਉਸ ਨੇ ਜਿਸ ਤਰੀਕੇ ਦੇ ਨਾਲ ਉਸ ਬਾਣੀ ਦੀ ਇੱਕ ਪੰਕਤੀ ਦਾ ਉਚਾਰਨ ਕੀਤਾ, ਉਹਦੇ ਨਾਲ ਅਰਥ ਜਿਹੜੇ ਸਨ ਉਹ ਉਲਟ ਹੋ ਜਾਂਦੇ ਸਨ। ਤੋ ਸੁਨ ਸੁਜਾਨ ਗੁਰਬਾਕ ਅਲਾਏ, ਇਸਕੇ ਹਤੋਂ ਲਸ਼ਟਕਾ ਜਾਏ, ਦ੍ਰਿੜ ਗਹਿ ਕਰਤਾੜੋ ਲੈ ਜਾਵੋ, ਹਮ ਤੇ ਦੂਰ ਜਾਏ ਬੈਠਾਵੋ। ਸਤਿਗੁਰਾਂ ਨੇ ਜਿਸ ਵੇਲੇ ਉਸ ਸਿੱਖ ਦੇ ਕੋਲੋਂ ਗੁਰਬਾਣੀ ਦੀ ਪੰਕਤੀ ਦਾ ਗਲਤ ਪਾਠ ਸੁਣਿਆ ਤੇ ਸਤਿਗੁਰਾਂ ਨੇ ਕਹਿ ਦਿੱਤਾ ਵੀ ਇਸ ਸਿੱਖ ਨੂੰ ਲਾਠੀਆਂ ਮਾਰੋ, ਇਸ ਸਿੱਖ ਨੂੰ ਸੋਟੀਆਂ ਮਾਰੋ ਔਰ ਇਸ ਸਿੱਖ ਨੂੰ ਪਕੜ ਕੇ ਸਾਡੇ ਤੋਂ ਦੂਰ ਕਰ ਦਿੱਤਾ ਜਾਏ। ਤੋ ਤਬ ਸਿੱਖ ਤਾਏ ਲਸ਼ਟ ਕਾ ਹੱਥ ਕਰ, ਤਰਜਤ ਦੂਰ ਬਿਠਾਇਓ ਦ੍ਰਿੜ ਤਰ, ਸੰਗਤ ਇਮ ਬਿਲੋਕ ਬਿਸਮਾਈ, ਕਹਾਂ ਕਰੀ ਗੁਰ ਲਖੀ ਨਾ ਜਾਈ। ਤੋ ਸਿੱਖਾਂ ਨੇ ਸਤਿਗੁਰਾਂ ਦਾ ਬਚਨ ਮੰਨਿਆ, ਉਸ ਸਿੱਖ ਦੇ ਸੋਟੀਆਂ ਮਾਰੀਆਂ, ਉਸ ਸਿੱਖ ਨੂੰ ਪਕੜ ਕੇ ਸਤਿਗੁਰਾਂ ਤੋਂ ਦੂਰ ਕਰਕੇ ਬਿਠਾ ਦਿੱਤਾ। ਸੰਗਤ ਨੇ ਸਾਰਾ ਕੁਝ ਦੇਖਿਆ ਤੇ ਸੰਗਤ ਇਹ ਦੇਖ ਕੇ ਬੜੀ ਹੈਰਾਨ ਹੋਈ। ਸੰਗਤ ਨੇ ਸਤਿਗੁਰਾਂ ਦੇ ਅੱਗੇ ਸਵਾਲ ਕਰ ਦਿੱਤਾ, ਮਿਲ ਸਿੱਖਣ ਅਰਦਾਸ ਬਖਾਨੀ, ਸਾਚੇ ਪਾਤਸ਼ਾਹ ਗੁਣ ਖਾਨੀ, ਇਹ ਸਿੱਖ ਰਾਵਰ ਕਿਉਂ ਮਰਵਾਇਓ, ਬਾਣੀ ਪਠਨ ਬਿਖੈ ਮਨ ਲਾਇਓ। ਕਿ ਪਾਤਸ਼ਾਹ ਇਸ ਸਿੱਖ ਨੂੰ ਤੁਸਾਂ ਨੇ ਸੋਟੀਆਂ ਦੀ ਮਾਰ ਕਿਉਂ ਪਵਾਈ ਹੈ? ਇਹ ਸਿੱਖ ਤੇ ਮਨ ਲਾ ਕੇ ਬਾਣੀ ਪੜ੍ਹਦਾ ਪਿਆ ਸੀ। ਕਹਿਓ ਇਹ ਜਗ ਗੁਰ ਗੁਣ ਖਾਨੀ, ਇੱਕ ਤੁਕ ਭੀ ਜੋ ਪੜ੍ਹੇ ਗੁਰਬਾਣੀ, ਜਗ ਤੇ ਤਿਸਕੋ ਹੋਏ ਉਦਾਰ, ਇਹ ਸਿੱਖ ਪੜ੍ਹ ਤੋ ਇਹ ਓੰਕਾਰ। ਕਿ ਬਾਣੀ ਦੇ ਸੰਬੰਧ ਵਿੱਚ ਤੇ ਗੁਰੂ ਸਾਹਿਬਾਨਾਂ ਨੇ ਇਹ ਬੋਲ ਆਖੇ ਹੋਏ ਹਨ ਕਿ ਜੇ ਕੋਈ ਬੰਦਾ ਇੱਕ ਤੁਕ ਵੀ ਬਾਣੀ ਦੀ ਪੜ੍ਹ ਲਵੇ ਉਹਦਾ ਉਦਾਰ ਹੋ ਜਾਏਗਾ। ਪਰ ਇਹ ਸਿੱਖ ਤੇ ਓੰਕਾਰ ਦੀ ਬਾਣੀ ਪੜ੍ਹਦਾ ਪਿਆ ਸੀ ਤੇ ਤਿਸ ਪਰ ਮਾਰ ਲਾਠੀਆਂ ਖਾਈ, ਤਾਂ ਉਦਾਰ ਹੋਏ ਕਿਮ ਬਣਾਈ। ਤੇ ਓੰਕਾਰ ਦੀ ਬਾਣੀ ਪੜ੍ਹਨ ਦੇ ਬਦਲੇ ਵਿੱਚ ਇਸ ਨੂੰ ਸੋਟੀਆਂ ਦੀ ਮਾਰ ਪਈ ਹੈ। ਜੇ ਬਾਣੀ ਪੜ੍ਹਨ ਦੇ ਨਾਲ ਸੋਟੀਆਂ ਦੀ ਮਾਰ ਪੈਂਦੀ ਹੈ ਤੇ ਇਹ ਬਾਣੀ ਮਨੁੱਖ ਦਾ ਫਿਰ ਉਧਾਰ ਪਾਰ ਉਤਾਰਾ ਕਿਸ ਤਰੀਕੇ ਦੇ ਨਾਲ ਕਰ ਸਕਦੀ ਹੈ? ਤੋ ਸੰਤੋਖ ਸਿੰਘ ਕਹਿੰਦਾ ਵੀ ਸ਼੍ਰੀ ਮੁਖ ਤੇ ਮੁਸਕਾਏ ਬਖਾਨੀ, ਅਰਥ ਖੋਜ ਇਨ ਪਠੀ ਨ ਬਾਣੀ, ਆਨੋ ਅਬੈ ਹਜੂਰ ਹਕਾਰੋ, ਸੁਨੋ ਸਰਬ ਤੁਮ ਜਥਾ ਉਚਾਰੋ। ਸਤਿਗੁਰਾਂ ਨੇ ਮੁਸਕਰਾ ਕੇ ਆਖਿਆ, ਕਹਿਣ ਲੱਗਾ ਵੀ ਇਸ ਸਿੱਖ ਨੇ ਬਾਣੀ ਦੀਆਂ ਪੰਕਤੀਆਂ ਜਿਹੜੀਆਂ ਪੜ੍ਹੀਆਂ ਹਨ, ਬਾਣੀ ਪੜ੍ਹਨ ਵੇਲੇ ਉਹਨਾਂ ਪੰਕਤੀਆਂ ਦੇ ਅਰਥਾਂ ਵੱਲ ਧਿਆਨ ਨਹੀਂ ਦਿੱਤਾ। ਇਸ ਸਿੱਖ ਨੂੰ ਬੁਲਾਓ, ਸਾਡੇ ਕੋਲ ਲਿਆਓ ਤੇ ਉਹਦੇ ਕੋਲੋਂ ਸੁਣੋ ਕਿ ਜਿਸ ਤਰੀਕੇ ਦੇ ਨਾਲ ਉਸਨੇ ਗੁਰਬਾਣੀ ਦੀ ਪੰਕਤੀ ਨੂੰ ਪੜ੍ਹਿਆ ਸੀ। ਤੋ ਸੁਣ ਕਰ ਲਿਆਏ ਬਿਠਾਏ ਵਤੀਰ ਸਿੱਖਾ, ਪੜ੍ਹੀਐ ਕਹਿਓ ਗਹੀਰ, ਤਬ ਸਿੱਖ ਨੇ ਤੁਕ ਤਿਵੇਂ ਉਚਾਰੀ, ਵਿਪਰੈ ਅਰਥ ਸੋ ਜਾਸ ਮੁਜਾਰੀ। ਸੋ ਉਸ ਸਿੱਖ ਨੂੰ ਬੁਲਾ ਕੇ ਲਿਆਂਦਾ। ਸਤਿਗੁਰੂ ਕਹਿੰਦੇ ਨੇ ਸਿੱਖਾ ਪੜ੍ਹ। ਕਿਸ ਤਰੀਕੇ ਦੇ ਨਾਲ ਪੜ੍ਹਦਾ ਪਿਆ ਸੀ ਸਿੱਖ ਨੇ ਉਹ ਪੰਕਤੀ ਉਸੇ ਤਰੀਕੇ ਦੇ ਨਾਲ ਪੜ੍ਹ ਦਿੱਤੀ ਜਿਸ ਤਰੀਕੇ ਦੇ ਨਾਲ ਉਸਨੇ ਪਹਿਲਾਂ ਪੜ੍ਹੀ ਸੀ। ਸੋ ਸੁਨ ਸ਼੍ਰੀ ਮੁਖ ਤੇ ਤਾਹੇ ਬਖਾਨੀ, ਇਮ ਤੁਕ ਪੜੋ ਅਰਥ ਇਹ ਜਾਣੀ। ਤੋ ਸੰਤੋਖ ਸਿੰਘ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਆਪਣੀ ਜ਼ਬਾਨ ਤੋਂ ਆਖਿਆ ਵੀ ਇਸ ਪੰਕਤੀ ਨੂੰ ਇੰਜ ਨਾ ਪੜ੍ਹ, ਇਸ ਤਰੀਕੇ ਦੇ ਨਾਲ ਪੜ੍ਹ ਤਾਂ ਜੋ ਇਸ ਦਾ ਅਰਥ ਜਿਹੜਾ ਹੈ ਉਹ ਸਹੀ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਜਾਏ। ਉਹ ਪੰਕਤੀ ਕਿਹੜੀ ਸੀ
ਕਿ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ। ਓਂਕਾਰ ਬਾਣੀ ਦੀ ਇਹ ਪੰਕਤੀ। ਫਿਰ ਇਹਦੇ ਅਰਥ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਦੱਸੇ ਨੇ। ਸੰਤੋਖ ਸਿੰਘ ਨੇ ਦੱਸਿਆ ਕਿ ਅਸਲ ਵਿੱਚ ਗਲਤੀ ਉਹ ਸਿੱਖ ਕੀ ਕਰਦਾ ਸੀ ਕਿ ਇਕਸ ਸਿੱਖ ਲੱਗ ਕਕਾਰ ਕੀ ਏਕ ਪਠਨ ਕਰੀ ਬਿਨ ਸੁਮਤ ਵਿਵੇਕ। ਹੁਣ ਜਿਸ ਵੇਲੇ ਤੁਸੀਂ ਉਹ ਪੰਕਤੀ ਦੇਖਦੇ ਆ ਕਿ ਕਰਤੇ ਕੀਮਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ, ਕੱਕੇ ਦੇ ਉੱਤੇ ਦੋ ਮਾਤਰਾ ਨੇ, ਦੁਲਾਵਾਂ ਨੇ, ਪਰ ਉਹ ਸਿੱਖ ਕੀ ਪੜ੍ਹਦਾ ਪਿਆ ਸੀ? ਕਰਤੇ ਕੀਮਤ ਕਰਤਾ ਜਾਣੈ ਕਹਿ ਦੀ ਜਗ੍ਹਾ ਤੇ ਕੇ ਪੜ੍ਹਦਾ ਪਿਆ ਸੀ, ਕੇ ਜਾਣੈ ਗੁਰ ਸੂਰਾ। ਤੇ ਸਤਿਗੁਰਾਂ ਨੇ ਆਖਿਆ ਕਿ ਇਸ ਇੱਕ ਮਾਤਰਾ ਨੂੰ ਬਦਲਣ ਦੇ ਨਾਲ ਪੰਕਤੀ ਦੇ ਅਰਥ ਜਿਹੜੇ ਨੇ ਉਲਟ ਹੋ ਜਾਂਦੇ ਹਨ। ਇਸ ਵਾਸਤੇ ਕਿਉਂਕਿ ਅਰਥ ਉਲਟ ਹੋ ਗਏ, ਇਸ ਨੇ ਗੁਰਬਾਣੀ ਦੀ ਪੰਕਤੀ ਦਾ ਪਾਠ ਗਲਤ ਕੀਤਾ, ਸਹੀ ਉਚਾਰਨ ਨਹੀਂ ਕੀਤਾ। ਇਸ ਵਾਸਤੇ ਅਸੀਂ ਇਸ ਨੂੰ ਸੋਟੀਆਂ ਦੀ ਸਜ਼ਾ ਦਿੱਤੀ ਹੈ। ਤੋ ਇਹ ਦੂਸਰੀ ਸਾਖੀ ਹੈ ਜਿਸ ਦਾ ਹਵਾਲਾ ਮਿਸ਼ਨਰੀ ਕਾਲਜ ਵਾਲੇ ਵੀ ਦਿੰਦੇ ਹਨ, ਟਕਸਾਲਾਂ ਵਾਲੇ ਵੀ ਦਿੰਦੇ ਹਨ, ਸੰਪਰਦਾਵਾਂ ਵਾਲੇ ਵੀ ਦਿੰਦੇ ਹਨ। ਜਿੰਨੀਆਂ ਵੀ ਸੰਸਥਾਵਾਂ ਦੇ ਵਿੱਚ ਗੁਰਬਾਣੀ ਦੇ ਪਾਠ ਦੀ ਸੰਥਿਆ ਕਰਵਾਈ ਜਾਂਦੀ ਹੈ, ਕਰੀਬਨ ਉਹ ਸਾਰੇ ਇਹਨਾਂ ਸਾਖੀਆਂ ਦਾ ਹਵਾਲਾ ਆਮ ਕਰਕੇ ਦਿੰਦੇ ਹਨ ਕਿ ਗੁਰਬਾਣੀ ਦੇ ਸ਼ੁੱਧ ਪਾਠ ਕਰਨ ਦੀ ਦੇਖੋ ਕਿੰਨੀ ਜ਼ਿਆਦਾ ਮਹਾਨਤਾ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਗੁਰਬਾਣੀ ਦਾ ਸ਼ੁੱਧ ਪਾਠ ਸੁਣ ਕੇ ਗੁਰਤਾ ਗੱਦੀ ਸਿੱਖ ਨੂੰ ਬਖਸ਼ਣ ਵਾਸਤੇ ਤਿਆਰ ਹੋ ਜਾਂਦੇ ਹਨ। ਤੇ ਦੂਸਰਾ, ਜੇ ਕੋਈ ਗੁਰਬਾਣੀ ਦਾ ਸ਼ੁੱਧ ਪਾਠ ਨਹੀਂ ਕਰਦਾ, ਗੁਰਬਾਣੀ ਦਾ ਅਸ਼ੁੱਧ ਪਾਠ ਕਰਦਾ ਹੈ, ਗਲਤ ਪਾਠ ਕਰਦਾ ਹੈ, ਇੱਕ ਮਾਤਰਾ ਵੀ ਜੇ ਘੱਟ ਵੱਧ ਕਰ ਜਾਂਦਾ ਹੈ ਤਾਂ ਏਡੀ ਕੋ ਗਲਤੀ ਕਰਨ ਵਾਲੇ ਨੂੰ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸੋਟੀਆਂ ਮਾਰਦੇ ਹਨ, ਉਸ ਨੂੰ ਸਜ਼ਾ ਦਿੰਦੇ ਹਨ, ਉਸ ਨੂੰ ਸਖਤ ਤਾੜਨਾ ਕਰਦੇ ਹਨ। ਸੋ ਇੱਕ ਸਾਖੀ ਦੇ ਅੰਦਰ ਲਾਲਚ ਦਿੱਤਾ ਗਿਆ ਔਰ ਦੂਸਰੀ ਸਾਖੀ ਦੇ ਅੰਦਰ ਡਰ ਦਿੱਤਾ ਗਿਆ ਕਿ ਜੇ ਗੁਰਬਾਣੀ ਦਾ ਸ਼ੁੱਧ ਪਾਠ ਪੜ੍ਹੋਗੇ ਤੁਹਾਨੂੰ ਸਾਰਾ ਕੁਝ ਪ੍ਰਾਪਤ ਹੋਵੇਗਾ, ਪਰ ਜੇ ਗੁਰਬਾਣੀ ਦਾ ਪਾਠ ਪੜ੍ਹਨ ਵੇਲੇ ਕਿਧਰੇ ਇੱਕ ਅੱਧੀ ਮਾਤਰਾ ਦੀ ਵੀ ਤੁਸੀਂ ਗਲਤੀ ਕਰ ਗਏ, ਵਾਧਾ ਘਾਟਾ ਕਰ ਗਏ, ਤਾਂ ਫਿਰ ਗੁਰੂ ਦੇ ਦਰਬਾਰ ਵੱਲੋਂ ਤੁਹਾਨੂੰ ਸੋਟੀਆਂ ਦੀ ਮਾਰ ਪਏਗੀ, ਤੁਸੀਂ ਗੁਰੂ ਸਾਹਿਬ ਦੇ ਕੋਲ ਨਹੀਂ ਬੈਠ ਸਕੋਗੇ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰਬਾਣੀ ਦਾ ਉਹ ਸ਼ੁੱਧ ਉਚਾਰਨ ਕਿਹੜਾ ਹੈ ਜਿਸ ਨੂੰ ਕਰਨ ਦੇ ਨਾਲ ਮਨ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਤੇ ਜਿਸ ਨੂੰ ਜੇ ਉਸ ਤਰੀਕੇ ਦੇ ਨਾਲ ਨਾ ਕਰੀਏ ਤੇ ਗੁਰੂ ਸਾਹਿਬ ਜੀ ਦੇ ਦਰ ਤੋਂ ਸਾਨੂੰ ਸੋਟੀਆਂ ਦੀ ਮਾਰ ਪੈਂਦੀ ਹੈ। ਕਿ ਗੁਰਬਾਣੀ ਦਾ ਸ਼ੁੱਧ ਉਚਾਰਨ ਉਹ ਹੈ ਜੋ ਟਕਸਾਲ ਦੇ ਵਿੱਚ ਸਿਖਾਇਆ ਜਾਂਦਾ ਹੈ, ਸੰਪਰਦਾਵਾਂ ਦੇ ਵਿੱਚ ਸਿਖਾਇਆ ਜਾਂਦਾ ਹੈ, ਡੇਰਿਆਂ ਦੇ ਵਿੱਚ ਸਿਖਾਇਆ ਜਾਂਦਾ ਹੈ, ਜਾਂ ਜਿਸ ਤਰੀਕੇ ਦੇ ਨਾਲ ਮਿਸ਼ਨਰੀ ਕਾਲਜਾਂ ਦੇ ਵਿੱਚ ਸਿਖਾਇਆ ਜਾਂਦਾ ਹੈ। ਮੈਂ ਆਪਣੇ ਬਚਪਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਪਹਿਲੀ ਸੰਥਿਆ ਜਿਹੜੀ ਹੈ ਉਹ ਦਮਦਮੀ ਟਕਸਾਲ ਦੇ ਸਿੰਘਾਂ ਦੇ ਕੋਲੋਂ ਕੀਤੀ ਸੀ। ਥੋੜ੍ਹਾ ਵੱਡਾ ਹੋਇਆ ਫਿਰ ਮਿਸ਼ਨਰੀ ਕਾਲਜ ਦਾ ਕੋਰਸ ਕੀਤਾ, ਮਿਸ਼ਨਰੀ ਕਾਲਜ ਦੇ ਨਾਲ ਸੰਬੰਧ ਜੁੜਿਆ ਰਿਹਾ ਲੰਬੇ ਸਮੇਂ ਤੱਕ। ਇਸ ਵਾਸਤੇ ਮੈਂ ਦਾਅਵੇ ਦੇ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਜਿਹੜਾ ਪਾਠ ਟਕਸਾਲ ਦੇ ਵਿੱਚ ਸਿਖਾਇਆ ਜਾਂਦਾ ਹੈ ਉਸ ਪਾਠ ਨੂੰ ਮਿਸ਼ਨਰੀ ਕਾਲਜਾਂ ਵਾਲੇ ਅਸ਼ੁੱਧ ਮੰਨਦੇ ਹਨ, ਗਲਤ ਮੰਨਦੇ ਹਨ। ਔਰ ਇਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਗੁਰਬਾਣੀ ਦਾ ਪਾਠ ਮਿਸ਼ਨਰੀ ਕਾਲਜਾਂ ਦੇ ਵਿੱਚ ਪੜ੍ਹਾਇਆ ਜਾਂਦਾ ਹੈ ਉਸ ਪਾਠ ਨੂੰ ਟਕਸਾਲਾਂ ਵਾਲੇ, ਸੰਪਰਦਾਵਾਂ ਵਾਲੇ ਜਿਹੜੇ ਹਨ ਉਹ ਅਸ਼ੁੱਧ ਮੰਨਦੇ ਹਨ। ਪਿਛਲੇ ਦਿਨੀ ਮੈਂ ਸਵੇਰ ਵੇਲੇ 4 ਵਜੇ ਕਾਰ ਦੇ ਵਿੱਚ ਜਾ ਰਿਹਾ ਸੀ ਤੇ ਮੈਂ ਰੇਡੀਓ ਔਨ ਕੀਤਾ ਤੇ ਉਧਰੋਂ ਨਿਤਨੇਮ ਦੇ ਪਾਠ ਦੀ ਆਰੰਭਤਾ ਹੋਈ ਰੇਡੀਓ ਦੇ ਉੱਤੇ, ਤੇ ਨਿਤਨੇਮ ਦਾ ਪਾਠ ਕੀਤਾ ਜਾ ਰਿਹਾ ਸੀ ਭਾਈ ਰਾਮ ਸਿੰਘ ਜੀ ਦੀ ਆਵਾਜ਼ ਦੇ ਵਿੱਚ। ਭਾਈ ਰਾਮ ਸਿੰਘ, ਗਿਆਨੀ ਰਾਮ ਸਿੰਘ, ਜੋ ਕਿ ਆਪਣੇ ਆਪ ਨੂੰ ਦਮਦਮੀ ਟਕਸਾਲ ਦੇ 16ਵੇਂ ਮੁਖੀ ਹੋਣ ਦਾ ਦਾਅਵਾ ਕਰਦੇ ਨੇ, ਦਮਦਮੀ ਟਕਸਾਲ ਦੇ ਇੱਕ ਹਿੱਸੇ ਦੇ ਉਹ ਮੁਖੀ ਹਨ। ਮੈਂ ਕੰਮ ਤੇ ਜਾ ਰਿਹਾ ਸੀ, ਤਕਰੀਬਨ 20-25 ਮਿੰਟ ਜਾਂਦੇ ਮੈਂ ਉਹ ਜਪਜੀ ਸਾਹਿਬ ਦਾ ਪਾਠ ਸੁਣਿਆ ਤੇ ਸੁਣਨ ਦੇ ਵਿੱਚ ਉਹ ਪਾਠ ਜਿਹੜਾ ਹੈ ਮੈਨੂੰ ਬੜਾ ਅਜੀਬ ਜਿਹਾ ਲੱਗਾ। ਫਿਰ ਅਗਲੇ ਦਿਨ ਮੈਂ YouTube ਤੋਂ
ਉਹੀ ਗਿਆਨੀ ਰਾਮ ਸਿੰਘ ਦੀ ਆਵਾਜ਼ ਦੇ ਵਿੱਚ ਉਹ ਜਪਜੀ ਸਾਹਿਬ ਦਾ ਪਾਠ ਕੱਢ ਕੇ ਫਿਰ ਦੁਬਾਰਾ ਧਿਆਨ ਦੇ ਨਾਲ ਸੁਣਿਆ ਤੇ ਤੁਸੀਂ ਹੈਰਾਨ ਹੋਵੋਗੇ, ਕੇਵਲ ਜਪਜੀ ਸਾਹਿਬ ਦੇ ਪਾਠ ਦੇ ਅੰਦਰ ਤਕਰੀਬਨ 150 ਗਲਤੀਆਂ ਨੇ ਜਿਹੜੀਆਂ ਗਿਆਨੀ ਰਾਮ ਸਿੰਘ ਨੇ ਕੀਤੀਆਂ, ਔਰ ਉਹ ਗਲਤੀਆਂ ਉਹ ਨੇ ਜਿਹੜੀਆਂ ਮਿਸ਼ਨਰੀ ਕਾਲਜ ਵਾਲੇ ਮੰਨਦੇ ਹਨ। ਜੇ ਗਿਆਨੀ ਰਾਮ ਸਿੰਘ ਦਾ ਉਹ ਜਪਜੀ ਸਾਹਿਬ ਦਾ ਰਿਕਾਰਡ ਕੀਤਾ ਹੋਇਆ ਪਾਠ ਮਿਸ਼ਨਰੀ ਕਾਲਜ ਦੇ ਕਿਸੇ ਪ੍ਰੋਫੈਸਰ ਨੂੰ, ਕਿਸੇ ਵਿਦਵਾਨ ਨੂੰ ਸੁਣਨ ਵਾਸਤੇ ਦਿਓ ਤੇ ਘੱਟੋ ਘੱਟ 150 ਦੇ ਕਰੀਬ ਗਲਤੀਆਂ ਜਪਜੀ ਸਾਹਿਬ ਦੇ ਪਾਠ ਦੇ ਉਚਾਰਨ ਦੇ ਵਿੱਚੋਂ ਉਹ ਕੱਢ ਦੇਵੇਗਾ। ਤੇ ਦੂਸਰਾ ਪੱਖ, ਗੁਰੂ ਗ੍ਰੰਥ ਸਾਹਿਬ ਜੀ ਦਾ ਸੰਥਿਆ ਪਾਠ ਗਿਆਨੀ ਜਗਤਾਰ ਸਿੰਘ ਜਾਚਕ, YouTube ਦੇ ਉੱਤੇ ਉਹਨਾਂ ਦੀ 150-200 ਵੀਡੀਓ ਮੇਰਾ ਖਿਆਲ ਉਹ ਮੌਜੂਦ ਹੋਵੇਗੀ। ਅੱਜ ਤੋਂ 6-7 ਸਾਲ ਪਹਿਲਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਥਿਆ ਪਾਠ ਜਿਹੜਾ ਸੀ ਉਹ ਰਿਕਾਰਡ ਕਰਵਾਇਆ, ਉਹਦੀਆਂ ਵੀਡੀਓ ਬਣਵਾਈਆਂ। ਫਿਰ ਮੈਂ ਉਹਨਾਂ ਦੀ ਵੀਡੀਓ ਸੁਣੀ ਜਪਜੀ ਸਾਹਿਬ ਦੇ ਪਾਠ ਵਾਲੀ, ਤੇ ਜਿਸ ਵੇਲੇ ਤੁਸੀਂ ਗਿਆਨੀ ਜਗਤਾਰ ਸਿੰਘ ਜਾਚਕ ਦਾ ਉਹ ਜਪਜੀ ਸਾਹਿਬ ਦਾ ਪਾਠ ਸੁਣ ਕੇ ਕਿਸੇ ਟਕਸਾਲੀ ਨੂੰ ਦਿਓਗੇ, ਟਕਸਾਲ ਦੇ ਵਿੱਚੋਂ ਪੜ੍ਹੇ ਹੋਏ ਕਿਸੇ ਵਿਦਵਾਨ ਨੂੰ ਦਿਓਗੇ ਜਾਂ ਗਿਆਨੀ ਰਾਮ ਸਿੰਘ ਨੂੰ ਦਿਓਗੇ, ਤੁਸੀਂ ਵੀ ਆਹ ਪਾਠ ਸੁਣੋ ਤੇ ਸਾਨੂੰ ਦੱਸੋ ਕਿ ਕੀ ਇਹ ਪਾਠ ਸਹੀ ਹੈ, ਤੇ ਬਿਲਕੁਲ ਉਸੇ ਤਰੀਕੇ ਦੇ ਨਾਲ ਹੀ 150 ਦੇ ਕਰੀਬ ਗਲਤੀਆਂ ਗਿਆਨੀ ਜਗਤਾਰ ਸਿੰਘ ਜਾਚਕ ਦੇ ਉਚਾਰਨ ਕੀਤੇ ਹੋਏ ਜਪਜੀ ਸਾਹਿਬ ਦੇ ਪਾਠ ਵਿੱਚੋਂ ਗਿਆਨੀ ਰਾਮ ਸਿੰਘ ਵੀ ਕੱਢਣਗੇ। ਸਿਰਫ ਜਪਜੀ ਸਾਹਿਬ ਦਾ ਪਾਠ ਜਿਸ ਦੇ ਕੇਵਲ 8 ਪੌਣੇ 8 ਪੰਨੇ ਬਣਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ, ਤੇ ਜੇ ਜਪਜੀ ਸਾਹਿਬ ਦੇ ਪਾਠ ਦੇ ਵਿੱਚ 150 ਦੇ ਕਰੀਬ ਗਲਤੀਆਂ ਹਨ, ਜੇ ਦਮਦਮੀ ਟਕਸਾਲ ਦੇ ਕਰਦੇ ਹਨ ਤੇ ਮਿਸ਼ਨਰੀ ਕਾਲਜ ਵਾਲੇ ਆਖਣਗੇ ਇਹਦੇ ਵਿੱਚ ਇੰਨੀਆਂ ਗਲਤੀਆਂ ਹਨ, ਜੇ ਮਿਸ਼ਨਰੀ ਕਾਲਜ ਵਾਲੇ ਉਹ ਪਾਠ ਪੜ੍ਹਦੇ ਹਨ ਤੇ ਟਕਸਾਲ ਦੇ ਸਿੰਘ ਆਖਣਗੇ ਕਿ ਇਸ ਪਾਠ ਦੇ ਵਿੱਚ ਇੰਨੀਆਂ ਗਲਤੀਆਂ ਹਨ। ਇਸ ਹਿਸਾਬ ਦੇ ਨਾਲ ਜੇਕਰ ਦੇਖਿਆ ਜਾਏ ਤੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਉਚਾਰਨ ਦੇ ਹਿਸਾਬ ਦੇ ਨਾਲ ਹੀ ਤਕਰੀਬਨ 25,000 ਗਲਤੀਆਂ ਬਣਦੀਆਂ ਨੇ ਇਹਨਾਂ ਸੰਸਥਾਵਾਂ ਦੀਆਂ ਆਪਸ ਦੇ ਵਿੱਚ ਹੀ। ਤੇ ਦੋਨੋਂ ਤਰ੍ਹਾਂ ਦੀਆਂ ਸੰਸਥਾਵਾਂ, ਚਾਹੇ ਸੰਪਰਦਾਵਾਂ ਨੇ, ਟਕਸਾਲ ਹੈ, ਚਾਹੇ ਦੂਸਰੇ ਪਾਸੇ ਮਿਸ਼ਨਰੀ ਕਾਲਜ ਨੇ, ਦੋਨੋਂ ਹੀ ਆਖਦੇ ਨੇ ਤੁਸੀਂ ਆਪਣੇ ਬੱਚਿਆਂ ਨੂੰ ਸਾਡੇ ਕੋਲ ਭੇਜੋ, ਅਸੀਂ ਤੁਹਾਡੇ ਬੱਚਿਆਂ ਨੂੰ ਗੁਰਬਾਣੀ ਦਾ ਸ਼ੁੱਧ ਪਾਠ ਪੜ੍ਹਨਾ ਸਿਖਾਵਾਂਗੇ। ਔਰ ਇਹ ਦੋਨੋਂ ਤਰ੍ਹਾਂ ਦੀਆਂ ਹੀ ਸੰਸਥਾਵਾਂ ਜਿਹੜੀਆਂ ਹਨ ਸੰਤੋਖ ਸਿੰਘ ਦੀਆਂ ਇਹਨਾਂ ਸਾਖੀਆਂ ਦਾ ਹਵਾਲਾ ਦੇ ਕੇ ਗੁਰਬਾਣੀ ਦਾ ਸ਼ੁੱਧ ਪਾਠ ਕਰਨ ਦੀ ਮਹੱਤਤਾ ਜਿਹੜੀ ਹੈ ਉਹ ਸੰਗਤਾਂ ਨੂੰ ਦ੍ਰਿੜ ਕਰਵਾ ਰਹੀਆਂ ਹਨ। ਮੈਂ ਆਪਣੇ ਨਿੱਜੀ ਤੌਰ ਤੇ ਬਿਨਾਂ ਸ਼ੱਕ ਮਿਸ਼ਨਰੀ ਕਾਲਜ ਵੱਲੋਂ ਜਿਸ ਤਰੀਕੇ ਦੇ ਨਾਲ ਗੁਰਬਾਣੀ ਦਾ ਪਾਠ ਪੜ੍ਹਾਇਆ ਜਾਂਦਾ ਹੈ, ਮੈਂ ਉਸ ਨੂੰ ਸ਼ੁੱਧ ਮੰਨਦਾ ਹਾਂ, ਮੈਂ ਉਸ ਨੂੰ ਸਹੀ ਮੰਨਦਾ ਹਾਂ। ਪਰ ਦੂਸਰਾ ਸੱਚ ਇਹ ਵੀ ਤੇ ਹੈ ਨਾ ਕਿ ਕੌਮ ਦਾ ਇੱਕ ਬੜਾ ਵੱਡਾ ਆਖਿਆ ਜਾਂਦਾ ਹਿੱਸਾ ਇਹਨਾਂ ਸੰਪਰਦਾਵਾਂ ਦੇ ਨਾਲ ਜੁੜਿਆ ਹੋਇਆ ਹੈ, ਇਹਨਾਂ ਟਕਸਾਲਾਂ ਦੇ ਨਾਲ, ਡੇਰਿਆਂ ਦੇ ਨਾਲ ਜੁੜਿਆ ਹੋਇਆ ਹੈ। ਤੋ ਜਿਸ ਤਰੀਕੇ ਦੇ ਨਾਲ ਮਿਸ਼ਨਰੀ ਕਾਲਜ ਵਾਲੇ ਪਾਠ ਪੜ੍ਹਦੇ ਹਨ, ਪੜ੍ਹਾਉਂਦੇ ਹਨ, ਉਸ ਹਿਸਾਬ ਦੇ ਨਾਲ ਦੇਖਿਆ ਜਾਏ ਤੇ ਦਮਦਮੀ ਟਕਸਾਲ ਵਾਲੇ, ਸੰਪਰਦਾਵਾਂ ਵਾਲੇ ਤੇ ਇਹੀ ਆਖਣਗੇ ਕਿ ਇਹਨਾਂ ਨੂੰ ਗੁਰੂ ਸਾਹਿਬ ਦੇ ਦਰ ਤੋਂ ਸੋਟੀਆਂ ਦੀ ਮਾਰ ਪੈਂਦੀ ਹੋਏਗੀ। ਇੱਕ ਮਾਤਰਾ ਦੇ ਵਿੱਚ ਜੇਕਰ ਫਰਕ ਪੈ ਜਾਏ ਤੇ ਗੁਰੂ ਸਾਹਿਬ ਸੋਟੀਆਂ ਦੀ ਮਾਰਦੇ ਨੇ, ਤੇ ਜਪਜੀ ਸਾਹਿਬ ਦੇ ਪਾਠ ਦੇ ਵਿੱਚ 150 ਤੋਂ ਵੱਧ ਗਲਤੀਆਂ ਕੀਤੀਆਂ ਹੋਈਆਂ ਹੋਵਣ ਤੇ ਗੁਰੂ ਸਾਹਿਬ ਦੀ ਖੁਸ਼ੀ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਮਿਲੇਗੀ। ਤੇ ਉਸੇ ਤਰੀਕੇ ਦੇ ਨਾਲ ਹੀ ਜੇ ਦਮਦਮੀ ਟਕਸਾਲ ਦੇ ਸਿੰਘ ਪਾਠ ਕਰਦੇ ਨੇ, ਮਿਸ਼ਨਰੀ ਕਾਲਜ ਵਾਲੇ ਵੀ ਇਹ ਆਖਣਗੇ ਕਿ ਇਹਨਾਂ ਦੇ ਉੱਤੇ ਗੁਰੂ ਦੀ ਖੁਸ਼ੀ ਕਿਸ ਤਰੀਕੇ ਦੇ ਨਾਲ ਹੋ ਸਕਦੀ ਹੈ। ਇਹ ਤੇ ਗੁਰਬਾਣੀ ਦਾ ਉਚਾਰਨ ਹੀ ਗਲਤ ਕਰਦੇ ਹਨ। ਮੈਨੂੰ ਯਾਦ ਆ ਗਿਆਨੀ ਹਰਮਿੰਦਰ ਸਿੰਘ ਬੰਬੇ ਵਾਲੇ, ਗੁਰਬਾਣੀ ਦੇ ਬਹੁਤ ਜ਼ਿਆਦਾ, ਵਿਆਕਰਨ ਦੇ ਕਾਫੀ ਜਾਣੂ ਸਨ। ਅੱਜ ਤੋਂ 30-32 ਸਾਲ ਪਹਿਲਾਂ ਜਦੋਂ ਪਹਿਲੀ ਵਾਰੀ ਮੈਂ ਉਹਨਾਂ ਨੂੰ ਮਿਲਿਆ, ਬੜੇ ਵਿਦਵਾਨ ਉਹਨਾਂ ਨੂੰ ਜਾਣਦੇ ਨੇ, ਖਾਸ ਕਰਕੇ ਜਿਹੜੇ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਜਿਹੜੇ ਪਾਠ ਬੋਧ ਸਮਾਗਮਾਂ ਦੇ ਵਿੱਚ ਹਿੱਸਾ ਲੈਂਦੇ ਨੇ, ਉਹ ਉਹਨਾਂ ਦੇ ਨਾਮ ਤੋਂ ਚੰਗੀ ਤਰ੍ਹਾਂ ਜਾਣੂ ਨੇ।
ਮੈਨੂੰ ਉਹਨਾਂ ਨੇ ਗੱਲ ਉਸ ਵੇਲੇ ਦੱਸੀ ਜਿਹੜੀ ਕਿ ਸੁਣਨ ਦੇ ਵਿੱਚ ਉਸ ਵੇਲੇ ਮੈਨੂੰ ਬੜੀ ਅਜੀਬ ਲੱਗੀ ਸੀ। ਉਹ ਕਹਿੰਦੇ ਨੇ ਗਿਆਨੀ ਸੰਤ ਸਿੰਘ ਮਸਕੀਨ, ਕਹਿੰਦੇ ਨੇ ਉਹਨਾਂ ਦੇ ਜਪਜੀ ਸਾਹਿਬ ਦੇ ਪਾਠ ਦੀ ਕੈਸਟ ਮੈਂ ਸੁਣੀ, ਕਥਾ ਦੀ ਨਹੀਂ, ਕੇਵਲ ਪਾਠ ਦੀ। ਤੇ ਕਹਿੰਦੇ ਨੇ ਜਪਜੀ ਸਾਹਿਬ ਦੇ ਪਾਠ ਦੇ ਉਚਾਰਨ ਦੇ ਵਿੱਚ ਉਹਨਾਂ ਦੀਆਂ 120 ਗਲਤੀਆਂ ਨੇ। ਸੁਣਨ ਦੇ ਵਿੱਚ ਉਸ ਵੇਲੇ ਬੜਾ ਅਜੀਬ ਲੱਗਾ ਸੀ, ਪਰ ਉਹ ਗੱਲ ਸਮਝ ਦੇ ਵਿੱਚ ਆਉਂਦੀ ਹੈ ਕਿ ਇੱਕ ਸੰਸਥਾ ਜਿਸ ਨੂੰ ਸ਼ੁੱਧ ਪਾਠ ਮੰਨਦੀ ਹੈ, ਦੂਸਰੀ ਸੰਸਥਾ ਜਿਹੜੀ ਹੈ ਉਸ ਨੂੰ ਅਸ਼ੁੱਧ ਆਖਦੀ ਪਈ ਹੈ। ਤੇ ਇੱਕ ਸੰਸਥਾ ਜਿਸ ਨੂੰ ਅਸ਼ੁੱਧ ਕਹਿੰਦੀ ਹੈ, ਜਿਸ ਨੂੰ ਗਲਤ ਕਹਿੰਦੀ ਹੈ, ਦੂਸਰੀ ਸੰਸਥਾ ਉਸ ਨੂੰ ਸਹੀ ਮੰਨਦੀ ਹੈ, ਉਸ ਨੂੰ ਸ਼ੁੱਧ ਮੰਨਦੀ ਹੈ। ਕੌਣ ਫੈਸਲਾ ਕਰੇਗਾ ਕਿ ਸਾਰੇ ਪਦਾਰਥ ਕਿਹੜਾ ਪਾਠ ਕਰਨ ਦੇ ਨਾਲ ਪ੍ਰਾਪਤ ਹੋਣਗੇ, ਜਾਂ ਗੁਰੂ ਸਾਹਿਬ ਦੀ ਸੋਟੀਆਂ ਦੀ ਮਾਰ ਜਿਹੜੀ ਹੈ ਉਹ ਕਿਸ ਨੂੰ ਪਏਗੀ? ਮੈਨੂੰ ਹੈਰਾਨੀ ਇਸ ਗੱਲ ਦੀ ਵੀ ਹੋਈ ਜਿਸ ਵੇਲੇ ਮੈਂ ਗਿਆਨੀ ਜਗਤਾਰ ਸਿੰਘ ਜਾਜਕ ਹੁਣਾਂ ਦੀਆਂ ਉਹ ਵੀਡੀਓ ਦੇਖ ਰਿਹਾ ਸੀ, ਤੇ ਸ਼ੁਰੂ ਦੇ ਵਿੱਚ ਉਹਨਾਂ ਨੇ ਇੱਕ ਵੀਡੀਓ ਤਿਆਰ ਕੀਤੀ ਹੈ ਜਿਹਦਾ ਟਾਈਟਲ ਉਹਨਾਂ ਨੇ ਰੱਖਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦੇ ਸੰਬੰਧ ਵਿੱਚ ਸਤਿਕਾਰਤ ਵਿਦਵਾਨਾਂ ਦੀ ਰਾਏ। ਪਹਿਲੀ ਵੀਡੀਓ ਦੇ ਵਿੱਚ ਉਹਨਾਂ ਨੇ 5 ਵਿਦਵਾਨਾਂ ਦੀ ਰਾਏ ਲੈ ਕੇ ਇੱਕ ਵੀਡੀਓ ਤਿਆਰ ਕੀਤੀ, ਔਰ ਹੈਰਾਨੀ ਦੀ ਗੱਲ ਇਹ ਕਿ ਉਹਨਾਂ 5 ਵਿਦਵਾਨਾਂ ਦੇ ਵਿੱਚੋਂ 3 ਵਿਦਵਾਨ ਦਮਦਮੀ ਟਕਸਾਲ ਦੇ ਨਾਲ ਸੰਬੰਧਿਤ, ਜਿਹੜੇ ਗਿਆਨੀ ਜਗਤਾਰ ਸਿੰਘ ਦੀ ਤਾਰੀਫ ਕਰਦੇ ਪਏ ਨੇ। ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ ਸਿੰਘ ਅਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਤੇ 2 ਵਿਦਵਾਨ ਮਿਸ਼ਨਰੀ ਕਾਲਜਾਂ ਦੇ ਨਾਲ ਸੰਬੰਧਿਤ ਪ੍ਰੋਫੈਸਰ ਮਨਜੀਤ ਸਿੰਘ ਅਤੇ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਵਾਲੇ, ਜਿਹੜੇ ਕਿ ਮਿਸ਼ਨਰੀ ਕਾਲਜਾਂ ਦੀ ਵਿਚਾਰਧਾਰਾ ਦੇ ਨਾਲ ਸੰਬੰਧਿਤ ਹਨ। ਤੇ ਮੈਂ ਸੋਚ ਰਿਹਾ ਸੀ ਕਾਸ਼ ਕਿਧਰੇ ਇਹਨਾਂ 5 ਨੂੰ ਇਕੱਠਿਆਂ ਕਰਕੇ ਇਹਨਾਂ 5 ਦਾ ਜਪਜੀ ਸਾਹਿਬ ਦੇ ਪਾਠ ਦੀ ਏਕਤਾ ਕਰਵਾ ਦਿਓ। ਪਰ ਸਮਝ ਪੈ ਰਹੀ ਸੀ ਨਹੀਂ, ਪੁਜਾਰੀ ਸ਼੍ਰੇਣੀ ਬਾਹਰ ਭਾਵੇਂ ਲੋਕਾਂ ਨੂੰ ਕਿਸੇ ਨੂੰ ਮਿਸ਼ਨਰੀ ਕਹਿ ਕੇ, ਕਿਸੇ ਨੂੰ ਟਕਸਾਲੀ ਕਹਿ ਕੇ ਆਪਸ ਦੇ ਵਿੱਚ ਲੜਾ ਰਹੀ ਹੋਵੇ, ਅੰਦਰ ਖਾਤੇ ਇਹ ਸਾਰੇ ਇੱਕੋ ਹੀ ਨੇ। ਬਾਹਰ ਸਟੇਜਾਂ ਤੋਂ ਬੇਸ਼ੱਕ ਭਾਵੇਂ ਇਹ ਇੱਕ ਦੂਸਰੇ ਨੂੰ ਚੰਗਾ ਮਾੜਾ ਕਹਿੰਦੇ ਹੋਣ, ਪਰ ਅੰਦਰ ਖਾਤੇ ਇਹ ਸਾਰੇ ਇਕੱਠੇ ਨੇ। ਨਹੀਂ ਤੇ ਗਿਆਨੀ ਜਗਤਾਰ ਸਿੰਘ ਜਾਜਕ ਵਰਗੇ ਪ੍ਰਚਾਰਕ ਜਿਹੜੇ ਮਿਸ਼ਨਰੀ ਕਾਲਜ ਦੀ ਵਿਚਾਰਧਾਰਾ ਨੂੰ ਬਿਲਕੁਲ ਪ੍ਰਣਾਏ ਹੋਏ ਹਨ, ਜੇ ਉਹ ਆਪਣੇ ਪ੍ਰੋਜੈਕਟ ਨੂੰ ਸ਼ੁਰੂ ਕਰਦੇ ਹਨ ਤੇ ਉਹਦੇ ਵਿੱਚ ਜਿਨ੍ਹਾਂ ਵਿਦਵਾਨਾਂ ਦੀ ਰਾਏ ਲੈਂਦੇ ਨੇ, ਉਹਨਾਂ ਦੇ ਵਿੱਚੋਂ ਗੁਰਬਚਨ ਸਿੰਘ ਦੀ ਰਾਏ ਲੈ ਰਹੇ ਹੋਣ, ਗਿਆਨੀ ਮੱਲ ਸਿੰਘ ਦੀ ਰਾਏ ਲੈ ਰਹੇ ਹੋਣ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਰਾਏ ਲੈ ਰਹੇ ਹੋਣ, ਜਿਨ੍ਹਾਂ ਨੂੰ ਨੇਤਾ ਪ੍ਰਤੀ ਆਪ ਇਹ ਆਪਣੀਆਂ ਸਟੇਜਾਂ ਤੋਂ ਭੰਡਦੇ ਆਏ ਨੇ। ਪਰ ਨਹੀਂ, ਅੰਦਰ ਖਾਤੇ ਕਿਉਂਕਿ ਪੁਜਾਰੀ ਸ਼੍ਰੇਣੀ ਹੈ, ਅੰਦਰ ਖਾਤੇ ਇਹ ਸਾਰੇ ਇਕੱਠੇ ਹੀ ਨੇ। ਇਸ ਵਾਸਤੇ ਅਖੀਰ ਦੇ ਵਿੱਚ ਮੈਂ ਜਿਹੜੀ ਬੇਨਤੀ ਤੁਹਾਨੂੰ ਸਰੋਤਿਆਂ ਨੂੰ, ਸੰਗਤਾਂ ਨੂੰ ਕਰਨੀ ਚਾਹੁੰਦਾ ਹਾਂ ਕਿ ਗੁਰਬਾਣੀ ਦਾ ਸ਼ੁੱਧ ਪਾਠ ਬਿਨਾਂ ਸ਼ੱਕ ਬੜੀ ਮਹੱਤਤਾ ਹੈ। ਇਸ ਦੀ ਗੁਰਬਾਣੀ ਨੂੰ ਸਮਝਣ ਦੇ ਵਿੱਚ ਬੜੀ ਸਹਾਇਤਾ ਮਿਲਦੀ ਹੈ ਜੇ ਤੁਸੀਂ ਉਚਾਰਨ ਸਹੀ ਤਰੀਕੇ ਦੇ ਨਾਲ ਕਰਨਾ ਜਾਣ ਲੈਂਦੇ ਹੋ। ਪਰ ਅੱਜ ਦੇ ਸਮੇਂ ਦੇ ਅੰਦਰ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਨਾਂ ਦੇ ਉੱਤੇ ਆਪਣੇ ਮਾਸੂਮ ਬੱਚਿਆਂ ਨੂੰ ਇਹਨਾਂ ਕਾਲਜਾਂ ਦੇ ਵਿੱਚ, ਇਹਨਾਂ ਟਕਸਾਲਾਂ ਦੇ ਵਿੱਚ, ਇਹਨਾਂ ਡੇਰਿਆਂ ਦੇ ਵਿੱਚ ਭੇਜ ਕੇ ਉਹਨਾਂ ਬੱਚਿਆਂ ਦਾ ਸ਼ੋਸ਼ਣ ਨਾ ਕਰਵਾਓ। ਉਹਨਾਂ ਬੱਚਿਆਂ ਨੂੰ ਉਮਰ ਭਰ ਦੇ ਮੰਗਤੇ ਨਾ ਬਣਵਾਓ। ਇਹ ਸਮਾਂ ਉਹਨਾਂ ਦੇ ਜੀਵਨ ਦਾ ਬੜਾ ਕੀਮਤੀ ਹੁੰਦਾ ਹੈ। ਉਹਨਾਂ ਨੂੰ ਜ਼ਮਾਨੇ ਦੇ ਹਾਣੀ ਬਣਾਓ, ਉਹਨਾਂ ਨੂੰ ਸਮੇਂ ਦੇ ਹਾਣੀ ਬਣਾਓ, ਤਾਂ ਜੋ ਉਹ ਆਤਮ ਨਿਰਭਰ ਹੋ ਕੇ ਸਵੈਮਾਨ ਦੇ ਨਾਲ ਆਪਣਾ ਜੀਵਨ ਬਤੀਤ ਕਰ ਸਕਣ। ਮਿਸ਼ਨਰੀ ਕਾਲਜਾਂ ਦੇ ਵਿੱਚ ਭੇਜ ਕੇ, ਡੇਰਿਆਂ ਦੇ ਵਿੱਚ ਭੇਜ ਕੇ, ਹੋ ਸਕਦਾ ਹੈ ਮਾਇਕ ਪੱਖੋਂ ਉਹ ਬੰਦੇ ਕਾਮਯਾਬ ਹੋ ਵੀ ਜਾਵਣ, ਪਰ ਜੀਵਨ ਦੇ ਵਿੱਚ ਸਵੈਮਾਨ ਉਹਨਾਂ ਦੇ ਕਦੇ ਵੀ ਆ ਨਹੀਂ ਸਕੇਗਾ। ਸਾਰੀ ਜ਼ਿੰਦਗੀ ਉਹਨਾਂ ਦੀ ਮੰਗ ਕੇ ਖਾਂਦਿਆਂ ਹੀ ਬਤੀਤ ਹੋਵੇਗੀ। ਮੇਰੀ ਇਸ ਗੱਲ ਦੇ ਉੱਤੇ ਯਕੀਨ ਨਾ ਆਵੇ ਤਾਂ ਇੱਕ ਸਰਵੇ ਕਰਕੇ ਦੇਖ ਲਿਓ, ਟਕਸਾਲਾਂ ਦੇ ਜਾਂ ਮਿਸ਼ਨਰੀ ਕਾਲਜਾਂ ਦੇ ਉਹ ਪ੍ਰਚਾਰਕ ਜਿਨ੍ਹਾਂ ਨੂੰ ਸਫਲ ਪ੍ਰਚਾਰਕ ਗਿਣਿਆ ਜਾਂਦਾ ਹੈ, ਜਿਨ੍ਹਾਂ ਦੇ ਕੋਲ ਸਾਰੇ ਪਦਾਰਥ ਨੇ, ਜਿਨ੍ਹਾਂ ਦੇ ਕੋਲ ਸਾਰੀਆਂ ਸੁੱਖ ਸਹੂਲਤਾਂ ਮੌਜੂਦ ਨੇ,
ਜਿਹੜੇ ਕਾਮਯਾਬ ਹੋਏ ਨੇ ਇਸ ਖੇਤਰ ਦੇ ਵਿੱਚ ਆ ਕੇ। ਸਰਵੇ ਕਰਕੇ ਦੇਖ ਲਿਓ, ਉਹਨਾਂ ਦੇ ਵਿੱਚੋਂ ਕਿੰਨੇ ਪ੍ਰਚਾਰਕ ਇਹੋ ਜਿਹੇ ਨੇ ਜਿਨ੍ਹਾਂ ਨੇ ਅਗਾਂਹ ਆਪਣੇ ਬੱਚਿਆਂ ਨੂੰ ਟਕਸਾਲ ਦੇ ਵਿੱਚ ਸੰਥਿਆ ਲੈਣ ਵਾਸਤੇ ਭੇਜਿਆ ਹੋਵੇ, ਆਪਣੇ ਬੱਚਿਆਂ ਨੂੰ ਮਿਸ਼ਨਰੀ ਕਾਲਜ ਦੇ ਵਿੱਚ ਸੰਥਿਆ ਲੈਣ ਵਾਸਤੇ ਭੇਜਿਆ ਹੋਵੇ। ਉਂਗਲਾਂ ਦੇ ਉੱਤੇ ਗਿਣਨ ਜੋਗੇ ਪ੍ਰਚਾਰਕ ਵੀ ਆਪ ਜੀ ਨੂੰ ਐਸੇ ਨਹੀਂ ਮਿਲਣਗੇ। ਇਹਨਾਂ ਦੇ ਆਪਣੇ ਬੱਚੇ ਵਿਦੇਸ਼ਾਂ ਦੇ ਵਿੱਚ ਸੈੱਟ ਹੋਣਗੇ, ਕਿਸੇ ਦੇ ਬੱਚੇ ਡਾਕਟਰੀ ਕਰ ਰਹੇ ਹੋਣਗੇ, ਕਿਸੇ ਦੀ ਇੰਜੀਨੀਅਰਿੰਗ ਕਰ ਰਹੇ ਹੋਣਗੇ, ਕਿਸੇ ਦੇ ਅਕਾਊਂਟਿੰਗ ਕਰ ਰਹੇ ਹੋਣਗੇ, ਕਿਸੇ ਦੇ ਲਾਅ ਪੜ੍ਹਦੇ ਹੋਣਗੇ, ਕਿਸੇ ਦੇ ਬੱਚੇ ਬਿਜ਼ਨਸ ਦੇ ਵਿੱਚ ਪਏ ਹੋਏ ਹੋਣਗੇ। ਪਰ ਲੋਕਾਂ ਨੂੰ ਆਖਿਆ ਜਾ ਰਿਹਾ ਹੈ ਕਿ ਗੁਰਬਾਣੀ ਦਾ ਸ਼ੁੱਧ ਪਾਠ ਕਰਨ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਤੁਸੀਂ ਆਪਣੇ ਬੱਚਿਆਂ ਨੂੰ ਸਾਡੇ ਕੋਲ ਛੱਡ ਕੇ ਜਾਓ, ਅਸੀਂ ਉਹਨਾਂ ਨੂੰ ਗੁਰਬਾਣੀ ਦਾ ਸ਼ੁੱਧ ਪਾਠ ਕਰਨਾ ਸਿਖਾਵਾਂਗੇ। ਕਦੇ ਪੁੱਛਿਓ ਇਹਨਾਂ ਦੇ ਕੋਲੋਂ ਕਿ ਜੇ ਗੁਰਬਾਣੀ ਦਾ ਸ਼ੁੱਧ ਪਾਠ ਕਰਨ ਦੀ, ਗੁਰਬਾਣੀ ਦੇ ਅਰਥ ਕਰਨ ਦੀ ਇੰਨੀ ਜ਼ਿਆਦਾ ਮਹੱਤਤਾ ਹੈ ਤੇ ਤੁਸੀਂ ਆਪਣੇ ਬੱਚਿਆਂ ਨੂੰ ਇਸ ਕਿੱਤੇ ਦੇ ਵਿੱਚ ਕਿਉਂ ਨਹੀਂ ਪਾਉਂਦੇ ਪਏ? ਕਿਉਂਕਿ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਸ ਕਿੱਤੇ ਦੇ ਵਿੱਚ ਪੈ ਕੇ ਭਾਵੇਂ ਉਹ ਕਾਮਯਾਬ ਹੋ ਵੀ ਜਾਵਣ, ਪਰ ਫਿਰ ਵੀ ਕਦੇ ਆਪਣਾ ਜੀਵਨ ਸਵੈ ਮਾਣ ਦੇ ਨਾਲ, ਅਣਖ ਦੇ ਨਾਲ ਬਤੀਤ ਨਹੀਂ ਕਰ ਸਕਣਗੇ। ਬੇਸ਼ੱਕ ਇਸ ਕਿੱਤੇ ਦੇ ਵਿੱਚ ਪੈ ਕੇ ਉਹ ਵੱਡੇ ਤੋਂ ਵੱਡੇ ਅਹੁਦੇ ਤੇ ਪਹੁੰਚ ਜਾਣ, ਬੇਸ਼ੱਕ ਉਹ ਅਕਾਲ ਤਖਤ ਦੇ ਜਥੇਦਾਰ ਦੀ ਪਦਵੀ ਵੀ ਪ੍ਰਾਪਤ ਕਰ ਲੈਣ, ਫਿਰ ਵੀ ਉਹਨਾਂ ਨੂੰ ਸਾਰੀ ਜ਼ਿੰਦਗੀ ਸਿਆਸੀ ਲੋਕਾਂ ਦੀਆਂ ਖੁਸ਼ਾਮਦਾਂ ਕਰਨੀਆਂ ਪੈਣਗੀਆਂ, ਸਿਆਸੀ ਲੋਕਾਂ ਦੀ ਚਾਪਲੂਸੀ ਕਰਨੀ ਪਵੇਗੀ, ਸਿਆਸੀ ਲੋਕਾਂ ਦੇ ਹੱਥਾਂ ਵੱਲ ਦੇਖਣਾ ਪਵੇਗਾ। ਜ਼ਿੰਦਗੀ ਫਿਰ ਵੀ ਉਹਨਾਂ ਦੀ ਮੰਗ ਕੇ ਖਾਂਦਿਆਂ ਹੀ ਬਤੀਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।